ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਆਪਾਂ ਸ਼ੁਰੂ ਕੀਤਾ ਸੀਗਾ ਆਪਣਾ ਮਾਰਜਨਲ ਕੋਸਟਿੰਗ ਐਂਡ ਮੈਨੇਜਮੈਂਟ ਡਿਸੀਜਨ। ਉਹਦੇ 'ਤੇ ਆਪਾਂ ਕਲਾਸ ਨੰਬਰ 1 ਕਰ ਚੁੱਕੇ ਹਾਂ। ਅੱਜ ਆਪਾਂ ਕਰਾਂਗੇ ਕਲਾਸ ਨੰਬਰ 2। ਕਲਾਸ ਨੰਬਰ 2 ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਛੋਟਾ ਜਿਹਾ ਰੀਜ਼ਨ ਦੱਸਦਾ ਕਿ ਆਪਣੇ ਲੈਕਚਰਸ ਕਿਉਂ ਹੈ ਜੋ ਲੇਟ ਹੋ ਜਾਂਦੇ ਹੈ ਜਾਂ ਫਿਰ ਕਈ ਵਾਰੀ ਲਗਾਤਾਰ ਵੀ ਆ ਜਾਂਦੇ, ਕਈ ਵਾਰੀ ਹੁੰਦਾ ਕਿ 2 ਦਿਨ ਵਿੱਚ ਪੈ ਜਾਂਦੇ। ਇੱਦਾਂ ਕਿਉਂ ਹੁੰਦਾ? ਕਿਉਂਕਿ ਮੈਨੂੰ ਤੁਹਾਡੇ ਪ੍ਰੋਪਰ ਨੋਟਸ ਬਣਾਉਣੇ ਪੈਂਦੇ ਹੈ। ਨੋਟਸ ਬਣਾਉਣ ਦੇ ਵਿੱਚ ਮੇਰੇ ਕੋਲ ਟਾਈਮ ਚਲਾ ਜਾਂਦਾ ਹੈ। ਦੂਸਰੀ ਚੀਜ਼, ਮੈਂ ਵਰਕਿੰਗ ਵੀ ਹਾਂ ਤਾਂ ਮੈਨੂੰ ਉਹਦੇ ਲਈ ਟਾਈਮ ਨਿਕਾਲਣਾ ਪੈਂਦਾ। ਪਹਿਲਾਂ ਮੈਨੂੰ ਤੁਹਾਡੀ ਬੁੱਕਸ ਕਰਨੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਜੋ ਤੁਹਾਡੇ ਰਿਲੇਟਿਡ ਰੈਲੇਵੈਂਟ ਚੀਜ਼ ਹੈ ਮੈਂ ਸਿਰਫ ਉਹਨੂੰ ਹੀ ਨੋਟਸ ਦੇ ਵਿੱਚ ਐਡ ਕਰਦੀ ਹਾਂ, ਕਿਉਂਕਿ ਆਪਣਾ ਪੇਪਰ ਹੈਗਾ ਓਬਜੈਕਟਿਵ। ਠੀਕ ਹੈ ਜੀ। ਅਗਰ ਤਾਂ ਹੁੰਦਾ ਸਬਜੈਕਟਿਵ ਫਿਰ ਮੈਂ ਬੁੱਕਸ ਹੀ ਰੀਡ ਕਰਵਾਉਂਦੀ, ਬਟ ਬੁੱਕਸ ਰੀਡ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹਦੇ 'ਚੋਂ ਜਿੰਨਾ ਵੀ ਆਪਣਾ ਰੈਲੇਵੈਂਟ ਟੋਪਿਕ ਹੈ ਮੈਂ ਸਿਰਫ ਉਨਾ ਹੀ ਉਠਾ ਕੇ ਜੋ ਚੀਜ਼ ਇੰਪੋਰਟੈਂਟ ਹੈ, ਜੋ ਚੀਜ਼ ਐਗਜ਼ਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਰਿਲੇਟ ਕਰਦੀ ਹੈ, ਉਹ ਚੀਜ਼ਾਂ ਮੈਂ ਸਿਰਫ ਐਡ ਕਰਦੀ ਹਾਂ ਆਪਣੇ ਨੋਟਸ ਦੇ ਵਿੱਚ। ਇਸ ਲਈ ਆਪਣੇ ਲੈਕਚਰਸ ਆਉਣ ਨੂੰ ਲੱਗ ਜਾਂਦਾ ਥੋੜ੍ਹਾ ਜਿਹਾ ਟਾਈਮ। ਹੋਪ ਤੁਸੀਂ ਕੋਆਪਰੇਟ ਕਰੋਗੇ। ਅਤੇ ਆਪਾਂ ਸਟਾਰਟ ਕਰਦੇ ਹਾਂ ਆਪਣਾ ਨੈਕਸਟ ਟੋਪਿਕ, ਜੋ ਆਪਾਂ ਕਰਨਾ ਹੈ ਟੈਕਨੀਕਸ ਆਫ ਮਾਰਜਨਲ ਕੋਸਟਿੰਗ। ਠੀਕ ਹੈ ਜੀ। ਟੈਕਨੀਕਸ ਆਫ ਮਾਰਜਨਲ ਕੋਸਟਿੰਗ ਦੇ ਵਿੱਚ ਕੁਛ ਟੈਕਨੀਕਸ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, ਕਲਾਸ 1 'ਚ ਵੀ ਪੜ੍ਹ ਚੁੱਕੇ ਹਾਂ। ਠੀਕ ਹੈ। ਕੁਛ ਆਪਾਂ CVP ਐਨਾਲਿਸਿਸ ਦੇ ਵਿੱਚ ਵੀ ਪੜ੍ਹ ਚੁੱਕੇ ਹਾਂ, ਅਤੇ ਜਿਹੜੀਆਂ ਨਹੀਂ ਪੜ੍ਹੀਆਂ ਉਹ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਠੀਕ ਹੈ। ਸੋ ਸ਼ੁਰੂ ਕਰਦੇ ਹਾਂ। ਪਹਿਲਾ ਹੈ CVP ਐਨਾਲਿਸਿਸ। CVP ਐਨਾਲਿਸਿਸ ਪੂਰਾ ਇੱਕ ਫੁੱਲ ਫਲੈਜ ਚੈਪਟਰ ਹੈ। ਠੀਕ ਹੈ। ਜਿਹਦੇ ਬ੍ਰੇਕ ਇਵਨ ਪੁਆਇੰਟਸ, ਕੰਟਰੀਬਿਊਸ਼ਨਸ, ਇਹ ਸਭ ਉਹਨਾਂ ਦੇ ਫਾਰਮੂਲਾਜ਼ ਆਪਾਂ ਕਰ ਚੁੱਕੇ ਹਾਂ। ਤੁਸੀਂ ਕੋਸਟ ਅਕਾਊਂਟਿੰਗ ਦੀ ਲਾਸਟ 3rd ਕਲਾਸ ਤੋਂ ਸ਼ੁਰੂ ਹੈ CVP ਚੈਪਟਰ। ਠੀਕ ਹੈ। ਉੱਥੋਂ ਤੁਸੀਂ ਇਹ ਵਾਲਾ ਟੈਕਨੀਕ ਕਵਰ ਕਰ ਸਕਦੇ ਹੋ। ਠੀਕ ਹੈ। ਆਲਰੇਡੀ ਡਨ ਇਨ ਚੈਪਟਰ CVP ਐਨਾਲਾਈਸਿਸ, ਜੋ ਕੋਸਟ ਅਕਾਊਂਟਿੰਗ ਦੀ ਪਲੇਲਿਸਟ ਦੇ ਵਿੱਚ ਲਾਸਟ 3rd ਕਲਾਸ ਹੈ। ਨੈਕਸਟ ਹੈ ਸਾਡੇ ਕੋਲ ਬ੍ਰੇਕ ਇਵਨ ਐਨਾਲਾਈਸਿਸ। ਇਹ ਵੀ ਆਪਾਂ CVP ਐਨਾਲਾਈਸਿਸ ਦੇ ਵਿੱਚ ਆਲਰੇਡੀ ਡਨ ਕਰ ਚੁੱਕੇ ਹਾਂ, ਆਲਰੇਡੀ ਡਨ ਇਨ ਦਾ ਚੈਪਟਰ CVP ਐਨਾਲਾਈਸਿਸ। 3rd ਪੁਆਇੰਟ ਹੈ ਆਪਣੇ ਕੋਲ ਕੰਟਰੀਬਿਊਸ਼ਨ ਮਾਰਜਨ ਐਨਾਲਾਈਸਿਸ। ਠੀਕ ਹੈ। ਹੁਣ ਇਹ ਇੱਕ ਟੈਕਨੀਕ ਹੈ ਮਾਰਜਨਲ ਕੋਸਟਿੰਗ ਦੀ। ਮਾਰਜਨਲ ਕੋਸਟਿੰਗ ਦੀ ਹੈਲਪ ਨਾਲ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ, ਹੁਣ ਉਹ ਆਪਾਂ ਪੜ੍ਹਾਂਗੇ। ਠੀਕ ਹੈ। ਇਟ ਇਜ਼ ਦਾ ਅਮਾਊਂਟ, ਕਹਿੰਦੇ ਇਹ ਉਹ ਅਮਾਊਂਟ ਹੈ ਰਿਮੇਨਿੰਗ ਆਫਟਰ ਸਬਸਟਰੈਕਟਿੰਗ, ਕਹਿੰਦੇ ਜੋ ਬਚ ਜਾਂਦਾ ਹੈ ਮਾਈਨਸ ਕਰਨ ਤੋਂ ਬਾਅਦ ਵੇਰੀਏਬਲ ਕੋਸਟ ਫਰੋਮ ਸੇਲਸ। ਦੇਖੋ ਜਦੋਂ ਆਪਾਂ ਕੰਟਰੀਬਿਊਸ਼ਨ ਨਿਕਾਲਦੇ ਹਾਂ ਨਾ, ਉਹੀ ਚੀਜ਼ ਹੈ। ਠੀਕ ਹੈ। ਕੰਟਰੀਬਿਊਸ਼ਨ ਨਿਕਾਲਦੇ ਹਾਂ ਆਪਾਂ, ਕੰਟਰੀਬਿਊਸ਼ਨ ਕਿੱਦਾਂ ਨਿਕਾਲਦੇ ਹਾਂ, ਸੇਲਸ ਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ ਵੇਰੀਏਬਲ ਕੋਸਟ, ਅਤੇ ਇਹ ਸਾਡਾ ਕੰਟਰੀਬਿਊਸ਼ਨ ਹੁੰਦਾ ਹੈ, ਅਤੇ ਇਹਨੂੰ ਹੀ ਕੰਟਰੀਬਿਊਸ਼ਨ ਮਾਰਜਨ ਐਨਾਲਾਈਸਿਸ ਦਾ ਨਾਮ ਦਿੱਤਾ ਗਿਆ ਹੈ। ਠੀਕ ਹੈ। ਹੁਣ ਇਹ ਚੀਜ਼ ਯੂਜ਼ ਕਿੱਥੇ ਹੁੰਦੀ ਹੈ ਉਹ ਦੇਖ ਲਓ। ਯੂਜ਼ ਹੁੰਦੀ ਹੈ ਡਿਸੀਜਨ ਮੇਕਿੰਗ ਫॉर ਪ੍ਰਾਈਸਿੰਗ। ਪ੍ਰਾਈਸ ਸੈੱਟ ਕਰਨੇ ਹੈ ਜਦੋਂ ਆਪਾਂ। ਠੀਕ ਹੈ। ਆਪਾਂ ਆਪਣੇ ਪ੍ਰੋਡਕਟ ਦੇ ਜਦੋਂ ਪ੍ਰਾਈਸ ਨੂੰ ਸੈੱਟ ਕਰਨਾ ਹੈ ਉਦੋਂ ਆਪਾਂ ਕੰਟਰੀਬਿਊਸ਼ਨ ਦੀ ਹੈਲਪ ਲਵਾਂਗੇ। ਠੀਕ ਹੈ। ਅਤੇ ਕੰਟਰੀਬਿਊਸ਼ਨ ਕਿਹਦੇ ਨਾਲ ਨਿਕਲੇਗੀ, ਮਾਰਜਨਲ ਕੋਸਟਿੰਗ ਦੇ ਨਾਲ ਨਿਕਲੇਗੀ। ਪ੍ਰੋਫਿਟ ਨੂੰ ਪਲਾਨ ਕਰਨ ਵਾਸਤੇ ਸਾਨੂੰ ਕਿਹਦੀ ਜ਼ਰੂਰਤ ਹੈ, ਕੰਟਰੀਬਿਊਸ਼ਨ ਦੀ ਜ਼ਰੂਰਤ ਹੈ। ਪ੍ਰੋਫਿਟੇਬਲ ਪ੍ਰੋਡਕਟ ਕਿਹੜੇ, ਜਿਹੜੇ ਮੈਂ ਮਿਕਸ ਪ੍ਰੋਡਕਟ ਮਿਕਸ ਦੇ ਉੱਤੇ ਕੰਮ ਕਰ ਰਹੀ ਹਾਂ, ਹੈ ਨਾ, ਆਪਾਂ ਗੱਲ ਕੀਤੀ ਇਹਦੀ ਪਹਿਲਾਂ ਵੀ। ਜਦੋਂ ਮੈਂ ਪ੍ਰੋਡਕਟ ਮਿਕਸ ਦੇ ਉੱਤੇ ਗੱਲ ਕਰ ਰਹੀ ਹਾਂ ਜਾਂ ਕੰਮ ਕਰ ਰਹੀ ਹਾਂ, ਅਤੇ ਕਿਹੜੇ ਜਿਹੜੇ ਪ੍ਰੋਡਕਟ ਹੈ ਉਹ ਜ਼ਿਆਦਾ ਪ੍ਰੋਫਿਟੇਬਲ ਹੈ, ਕਿਹੜੇ ਘੱਟ ਪ੍ਰੋਫਿਟੇਬਲ ਹੈ, ਉਹਦੀ ਜਦੋਂ ਸਿਲੈਕਸ਼ਨ ਕਰਨੀ ਆ ਉਹ ਵੀ ਕਿਹਦੇ ਦੀ ਹੈਲਪ ਨਾਲ ਕਰਨੀ ਆ, ਆਪਾਂ ਕੰਟਰੀਬਿਊਸ਼ਨ ਮਾਰਜਨ ਦੀ ਹੈਲਪ ਨਾਲ ਕਰਨੀ ਹੈ। ਤਾਂ ਜਿਹੜਾ ਕੁਐਸਚਨ ਬਣੂਗਾ ਨਾ ਉਹ ਯੂਜ਼ਸ ਦੇ ਉੱਤੋਂ ਬਣ ਸਕਦਾ, ਤਾਂ ਤੁਸੀਂ ਯੂਜ਼ਸ ਨੂੰ ਧਿਆਨ ਨਾਲ ਦੇਖਣਾ। ਠੀਕ ਹੈ। ਫਾਰਮੂਲਾ ਤੁਹਾਨੂੰ ਪਤਾ ਹੀ ਹੈ। ਕੰਟਰੀਬਿਊਸ਼ਨ ਦਾ ਫਾਰਮੂਲਾ ਕੀ ਹੈ, ਸੇਲਸ ਮਾਈਨਸ ਵੇਰੀਏਬਲ ਕੋਸਟ, ਅਤੇ ਕੰਟਰੀਬਿਊਸ਼ਨ ਮਾਰਜਨ ਰੇਸ਼ੀਓ ਦਾ ਫਾਰਮੂਲਾ ਕੀ ਹੈ, ਕੰਟਰੀਬਿਊਸ਼ਨ ਓਵਰ ਸੇਲਸ। ਠੀਕ ਹੈ। ਕੰਟਰੀਬਿਊਸ਼ਨ ਨਿਕਾਲੋਗੇ, ਉਹਨੂੰ ਰੱਖੋਗੇ ਨਿਊਮੀਨੇਟਰ ਦੇ ਵਿੱਚ, ਅਤੇ ਟੋਟਲ ਸੇਲਸ ਨੂੰ ਰੱਖੋਗੇ ਡਿਨੋਮੀਨੇਟਰ ਦੇ ਵਿੱਚ, ਅਤੇ ਤੁਹਾਡੇ ਕੋਲ ਕੀ ਆ ਜਾਊਗਾ, ਕੰਟਰੀਬਿਊਸ਼ਨ ਮਾਰਜਨ ਰੇਸ਼ੀਓ। ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਠੀਕ ਹੈ। ਇੱਕ ਵਾਰੀ ਮੈਂ ਫਿਰ ਤੁਹਾਨੂੰ ਡਿਟੇਲ ਦੇ ਵਿੱਚ ਕਰਵਾ ਦਿੱਤਾ। ਨੈਕਸਟ ਆਉਂਦਾ ਸਾਡੇ ਕੋਲ ਪ੍ਰੋਫਿਟ ਪਲੈਨਿੰਗ। ਹੁਣ ਪ੍ਰੋਫਿਟ ਪਲੈਨਿੰਗ ਆਪਾਂ ਕਲਾਸ ਨੰਬਰ 1 ਦੇ ਵਿੱਚ ਬਰੀਫ ਦੇ ਵਿੱਚ ਦੇਖਿਆ ਸੀ। ਹੁਣ ਆਪਾਂ ਦੇਖਾਂਗੇ ਡਿਟੇਲ ਦੇ ਵਿੱਚ ਕਿ ਆਪਾਂ ਪ੍ਰੋਫਿਟ ਪਲੈਨਿੰਗ ਮਾਰਜਨਲ ਕੋਸਟਿੰਗ ਦੀ ਹੈਲਪ ਨਾਲ ਕਿੱਦਾਂ ਨਿਕਾਲਣਾ। ਦੇਖੋ ਪ੍ਰੋਫਿਟ ਪਲੈਨਿੰਗ ਐਕਟੀਵਿਟੀਜ਼ ਟੂ ਅਚੀਵ ਅ ਡਿਜ਼ਾਇਰਡ ਲੈਵਲ ਆਫ ਪ੍ਰੋਫਿਟ। ਜੋ ਮੇਰਾ ਡਿਜ਼ਾਇਰਡ ਲੈਵਲ ਆਫ ਪ੍ਰੋਫਿਟ ਆ ਉਹਨੂੰ ਅਚੀਵ ਕਰਨ ਵਾਸਤੇ ਜਿੰਨੀ ਵੀ ਪਲੈਨਿੰਗ ਐਕਟੀਵਿਟੀਜ਼ ਆ ਉਹਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ, ਮਾਰਜਨਲ ਕੋਸਟਿੰਗ ਦਾ ਡੇਟਾ ਯੂਜ਼ ਕਰਦੇ ਹਾਂ। ਮਤਲਬ ਮਾਰਜਨਲ ਕੋਸਟਿੰਗ ਦੀ ਜਿੰਨੀ ਇਨਫੋਰਮੇਸ਼ਨ ਹੈ ਉਹ ਆਪਾਂ ਪਲੈਨਿੰਗ ਦੇ ਵਿੱਚ ਯੂਜ਼ ਕਰਕੇ ਆਪਣਾ ਡਿਜ਼ਾਇਰਡ ਲੈਵਲ ਆਫ ਪ੍ਰੋਫਿਟ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਆਪਾਂ ਕੀ ਦੇਖਾਂਗੇ, ਡਿਟਰਮਾਈਨ ਕਰਾਂਗੇ ਐਕਸਪੈਕਟਿਡ ਸੇਲਸ, ਮਤਲਬ ਜਿੰਨੀਆਂ ਮੈਂ ਐਕਸਪੈਕਟ ਕੀਤੀਆਂ ਹੋਗੀਆਂ ਕਿ ਮੈਂ 1 ਸਾਲ ਦੇ ਵਿੱਚ ਇੰਨੀ ਸੇਲਸ ਕਰਨੀ ਹੈ, ਚਾਹੇ ਅਮਾਊਂਟ ਦੇ ਵਿੱਚ ਚਾਹੇ ਯੂਨਿਟਸ ਦੇ ਵਿੱਚ। ਠੀਕ ਹੈ। ਐਸਟੀਮੇਟ ਕਰਾਂਗੇ ਫਿਕਸਡ ਔਰ ਵੇਰੀਏਬਲ ਕੋਸਟ,
ਔਰ ਯੂਜ਼ ਕਰਾਂਗੇ ਕੰਟਰੀਬਿਊਸ਼ਨ ਮਾਰਜਨ ਟੂ ਸੈਟ ਅ ਪ੍ਰੋਫਿਟ ਟਾਰਗੇਟਸ। ਇਹਦੀ ਹੈਲਪ ਨਾਲ, ਇਹਨਾਂ ਤਿੰਨਾਂ ਚੀਜ਼ਾਂ ਦੀ ਹੈਲਪ ਨਾਲ ਆਪਾਂ ਆਪਣਾ ਡਿਜ਼ਾਇਰਡ ਪ੍ਰੋਫਿਟ ਅਚੀਵ ਕਰ ਸਕਦੇ ਹਾਂ ਮਾਰਜਨਲ ਕੋਸਟਿੰਗ ਦਾ ਡੇਟਾ ਯੂਜ਼ ਕਰਕੇ। ਨੈਕਸਟ ਆਉਂਦਾ ਸਾਡੇ ਕੋਲ ਮੇਕ ਔਰ ਬਾਏ ਡਿਸੀਜਨ। ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਲਾਸ ਨੰਬਰ 1 ਦੇ ਵਿੱਚ, ਠੀਕ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਅਗਰ ਮਾਰਜਨਲ ਕੋਸਟ ਮੇਰੀ ਲੈਸ ਦੈਨ ਹੈ ਪ੍ਰਾਈਸ, ਪਰਚੇजिंग ਪ੍ਰਾਈਸ ਤੋਂ, ਤਾਂ ਆਪਾਂ ਬਣਾਵਾਂਗੇ, ਹੈ ਨਾ। ਤੇ ਜੇ ਮੇਰੀ ਮਾਰਜਨਲ ਕੋਸਟ ਇਜ਼ ਗ੍ਰੇਟਰ ਦੈਨ ਹੈ ਪਰਚੇजिंग ਪ੍ਰਾਈਸ ਤੋਂ, ਤਾਂ ਆਪਾਂ ਬਾਏ ਕਰਾਂਗੇ ਬਾਹਰੋਂ, ਠੀਕ ਹੈ, ਆਪਣੇ ਇਨ ਹਾਊਸ 'ਚ ਉਹ ਪ੍ਰੋਡਕਟ ਨਹੀਂ ਬਣਾਵਾਂਗੇ। ਨੈਕਸਟ ਹੈ ਸਾਡੇ ਕੋਲ ਪ੍ਰੋਡਕਟ ਮਿਕਸਡ ਡਿਸੀਜਨ। ਇਹ ਵੀ ਆਪਾਂ ਕਰ ਚੁੱਕੇ ਹਾਂ। ਇਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਕੰਟਰੀਬਿਊਸ਼ਨ ਪਰ ਯੂਨਿਟ, ਠੀਕ ਹੈ, ਇੱਕ ਆ ਚੀਜ਼ ਦੇਖਣੀ ਹੁੰਦੀ ਹੈ। ਤੇ ਦੂਜੀ ਜਿਹੜੀ ਯੂਸਫੁਲ ਚੀਜ਼ ਹੈ, ਯੂਸਫੁਲ ਚੀਜ਼ ਕਿਹੜੀ ਸੀਗੀ? ਕੰਟਰੀਬਿਊਸ਼ਨ ਪਰ ਲਿਮਿਟਿੰਗ ਫੈਕਟਰ। ਇਹਦਾ ਫਾਰਮੂਲਾ ਵੀ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਇਹ ਕਲਾਸ ਨੰਬਰ 1 ਦੇ ਵਿੱਚ ਆਲਰੇਡੀ ਹੋ ਚੁੱਕਿਆ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲ ਸ਼ਟ ਡਾਊਨ ਐਂਡ ਕੰਟੀਨਿਊ ਡਿਸੀਜਨ। ਸ਼ਟ ਡਾਊਨ ਔਰ ਕੰਟੀਨਿਊ ਡਿਸੀਜਨ ਕੀ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਲਾਸਟ ਲੈਕਚਰ ਦੇ ਵਿੱਚ ਆਪਾਂ ਬਰੀਫ ਦੇ ਵਿੱਚ ਕਰ ਰਹੇ ਹਾਂ, ਇਹ ਚੀਜ਼ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਟੇਲ ਦੇ ਵਿੱਚ ਕਰਾਂਗੇ। ਮੈਂ ਤੁਹਾਨੂੰ ਦੱਸਿਆ ਸੀ ਇੱਕ ਬਿਜ਼ਨਸ ਹੈ, ਅਗਰ ਉਹਦਾ ਕੋਈ ਸੈਗਮੈਂਟ ਜਾਂ ਫਿਰ ਉਹਦਾ ਕੋਈ ਪ੍ਰੋਡਕਟ ਹੈ ਉਹ ਲੋਸ ਇੰਕਰ ਕਰ ਰਿਹਾ, ਹੁਣ ਉਹਨੇ ਡਿਸੀਜਨ ਲੈਣਾ ਇਸ ਪ੍ਰੋਡਕਟ ਨੂੰ ਮੈਂ ਕੰਟੀਨਿਊ ਕਰਾਂ ਜਾਂ ਮੈਂ ਇਸ ਯੂਨਿਟ ਨੂੰ ਇੱਥੇ ਹੀ ਸ਼ਟ ਡਾਊਨ ਕਰਦਾ। ਸ਼ਟ ਡਾਊਨ ਮਤਲਬ ਪੂਰੇ ਤਰੀਕੇ ਦੇ ਨਾਲ ਬੰਦ ਕਰਦਾ, ਠੀਕ ਹੈ। ਹੁਣ ਇਹ ਡਿਸੀਜਨ ਲੈਣ ਲਈ ਵੀ ਕਿਹਦੀ ਹੈਲਪ ਲਵਾਂਗੇ ਆਪਾਂ? ਮਾਰਜਨਲ ਕੋਸਟਿੰਗ ਦੀ ਹੈਲਪ ਲਵਾਂਗੇ। ਡਿਸਾਈਡਿੰਗ ਵੈਦਰ ਦਾ ਸਸਪੈਂਡ ਆਪਰੇਸ਼ਨ ਔਰ ਕੰਟੀਨਿਊ ਡਿਊਰਿੰਗ ਦਾ ਲੋਸ ਮੇਕਿੰਗ ਪੀਰੀਅਡ। ਜਦੋਂ ਇੱਕ ਬਿਜ਼ਨਸ ਲੋਸ ਬਣਾ ਰਿਹਾ ਉਸ ਚੀਜ਼ ਦੇ ਉੱਤੇ, ਉਹਨੂੰ ਹੁਣ ਕੰਟੀਨਿਊ ਕਰਨਾ ਹੈ ਜਾਂ ਬੰਦ ਕਰ ਦੇਣਾ ਹੈ, ਇਹ ਡਿਸੀਜਨ ਲੈਣਾ ਹੈ। ਇਹਦਾ ਰੂਲ ਕੀ ਹੈ? ਰੂਲ ਦੇ ਵਿੱਚੋਂ ਇਹਦਾ ਕੁਐਸਚਨ ਬਣੇਗਾ, ਤਾਂ ਰੂਲ ਤੁਸੀਂ ਯਾਦ ਰੱਖਣਾ ਹੈ। ਕਹਿੰਦੇ ਕੰਟੀਨਿਊ ਕਰੋ ਅਗਰ ਕੰਟਰੀਬਿਊਸ਼ਨ ਕੀ ਸੀਗਾ? ਕੰਟਰੀਬਿਊਸ਼ਨ ਹੈ ਮੇਰਾ ਸੇल्स माइनस वेरिएबल कॉस्ट, है ना। कहते उस प्रोडक्ट नू बनाना जारी रखो अगर थोड़ा कंट्रीब्यूशन पॉजिटिव है, ठीक है, पॉजिटिव है और फिक्स्ड कॉस्ट नू पूरा या अद्धा कवर कर रहे, ठीक है। वो जोड़ा मेरा कंट्रीब्यूशन का अमाउंट है ना वो पॉजिटिव है, तो वो मेरा फिक्स्ड कॉस्ट ते या तो अद्धा या तो पूरे तरीके दे नाल कवर कर, ठीक है। ये रूल है कंटिन्यू का। हुण शट डाउन कदों करोगे? इहदा ऑपोजिट कंडीशन शट डाउन करोगे उदों जदों कंट्रीब्यूशन मेरा नैगेटिव या जीरो हो जाएगा, ठीक है। शट डाउन कदों करोगे? इतों क्वेश्चन बन के आओगे, ठीक है। शट डाउन कदों करोगे? जदों कंट्रीब्यूशन मेरा नैगेटिव या जीरो है। हुण कंटिन्यू करने की कंडीशन मैं पहले ही दस दी, एक बार देख लें। कंट्रीब्यूशन अगर मेरा ग्रेटर दैन जीरो है, इसका मतलब की होंदा पॉजिटिव है, ठीक है। ਇਹਦਾ मतलब ਕੀ ਹੁੰਦਾ पॉजिटिव। तो ਤੁਹਾਨੂੰ डायरैक्ट ये कंडीशन भी लिखी आ सकती है, तो कन्फ्यूज़ नहीं होना। ਇਹਦਾ मतलब की है ग्रेटर दैन जीरो, ਇਹਦਾ मतलब की है पॉजिटिव है मेरा कंट्रीब्यूशन, ठीक है। तो फिक्स्ड कॉस्ट है मोस्टली अनअवॉइडेबल है, ठीक है। फिक्स्ड कॉस्ट अगर मेरी अनअवॉइडेबल है तो तुसी कंटिन्यू करोगे, ठीक है। तो जोड़ा मेरा रीस्टार्ट कॉस्ट है, रीस्टार्ट मतलब जे तुसी हुण उहनूं बंद करता 6 महीनों लिए, ठीक है, उस तो बाद तुसी चाह रहे हो कि हुण मैं उहनूं दोबारा रीस्टार्ट करा, तो जी रीस्टार्ट कॉस्ट है ना, तो गुडविल जोड़ा लॉस है वो मेरा हाई है, तो मैं उन्होंने जारी रखूँगी, मैं उन्होंने बंद नहीं करूँगी। गुडविल मतलब मेरे बिजनेस की जो रेपूटेशन है ना, वो अगर लॉस होगी वो दोबारा नहीं मिलेगी मैनू। जे तुहानूं ये रिस्क है, ठीक है, तो तुसी उस प्रोडक्ट नूं जारी रखोगे जे वो मैनू पॉजिटिव कंट्रीब्यूशन दे रहा फिलहाल ले, ठीक है। तो ये 3 चीज़ां तुसी याद रखनियां कि तुहाडा कंट्रीब्यूशन पॉजिटिव है, फिक्स्ड कॉस्ट अनअवॉइडेबल है, तो तुसी कंटिन्यू रखोगे। रीस्टार्ट कॉस्ट अगर हाई पै रही है तो भी तुसी उन्होंने कंटिन्यू रखोगे। उस बाद शट डाउन देख लो। शट डाउन की कह रहा है कि कंट्रीब्यूशन अगर आ चीज़ लैस दैन जीरो है, तो यदा मतलब की होंगे कंट्रीब्यूशन लैस दैन जीरो का मतलब की है नैगेटिव, ठीक है। नैगेटिव जिहदे विच तो तुसी अपने उस सैगमेंट उस प्रोडक्ट लाइन नूं की कर दोगे? बंद कर दोगे, शट डाउन कर दोगे, ठीक है। दूसरा है फिक्स्ड कॉस्ट कैन बी लार्जली अवॉइडेड। हुण शट डाउन कदों करोगे? जदों तुसी फिक्स्ड कॉस्ट नूं अवॉइड कर सकते हो, ठीक है। अवॉइडेड अनअवॉइडेड है मैं पहले ही पढ़ा चुकी हूँ, ठीक है। उस तो बाद जो हुण उहदा ऑपोजिट है, रीस्टार्ट कॉस्ट थोड़ी लो है, ठीक है। जे तुसी चाहो तो तुसी कह रहे हो कि मैं 6 मंथ्स लिए वो मैं प्रोडक्ट है जोड़ा वो बनाना बंद कर देना वा, ठीक है, क्योंकि मैनू नैगेटिव कंट्रीब्यूशन मिल रहा है। तो जदों तुसी उहनूं रीस्टार्ट करना चाहो तो उहदी जिहड़ी कॉस्ट है घट है
ਜੇ ਤੁਹਾਨੂੰ ਇਹ ਪਤਾ ਹੈ ਤਾਂ ਤੁਸੀਂ ਉਸ ਚੀਜ਼ ਨੂੰ ਬਿਲਕੁਲ ਬੰਦ ਕਰ ਦੋਗੇ, ਤਾਂ ਤੁਸੀਂ ਚਾਹੋ ਇਨ ਫਿਊਚਰ ਤਾਂ ਤੁਸੀਂ ਉਹਨੂੰ ਰੀਸਟਾਰਟ ਕਰ ਲੋਗੇ, ਕਿਉਂਕਿ ਉਹਦੀ ਰੀਸਟਾਰਟ ਕੋਸਟ ਕੀ ਪੈ ਰਹੀ ਹੈ ਮੈਨੂੰ ਘੱਟ ਪੈ ਰਹੀ। ਠੀਕ ਹੈ, ਤਾਂ ਇਹ 3 ਕੰਡੀਸ਼ਨਸ ਨੇ ਸ਼ਟਡਾਊਨ ਦੀ। ਤਾਂ ਇੱਥੋਂ ਕੁਐਸਚਨ ਬਣੇਗਾ ਹੀ ਬਣੇਗਾ, ਤੁਸੀਂ ਕੰਡੀਸ਼ਨਸ ਨੂੰ ਯਾਦ ਰੱਖਣਾ, ਜਿੰਨੀ ਵੀ ਟੈਕਨੀਕਸ ਆ ਉਹਦੀ ਜਿੰਨੀ ਵੀ ਕੰਡੀਸ਼ਨ ਹੈ ਉਹ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਨੈਕਸਟ ਆਉਂਦਾ ਸਾਡੇ ਕੋਲ ਪੁਆਇੰਟ ਨੰਬਰ 8 ਕੀ ਹੈ ਮੇਰੇ ਕੋਲ, ਪੁਆਇੰਟ ਨੰਬਰ 8 ਹੈ ਸਪੈਸ਼ਲ ਆਰਡਰ ਪ੍ਰਾਈਸਿੰਗ। ਹੁਣ ਸਪੈਸ਼ਲ ਆਰਡਰ ਪ੍ਰਾਈਸਿੰਗ ਕੀ ਹੈ कि जो मेरी रेगुलर सेल्स हो रही हैं उस तो इलावा जो मेरे को ऑर्डर्स आ रहे हैं, ठीक है, उस तो इलावा जो मेरे को स्पेशल ऑर्डर्स आ रहे हैं, कस्टमाइज ऑर्डर आ रहे हैं, उन्होंने मैं एक्सेप्ट करना है, उन्होंने मैं एक्सेप्ट करना है, ठीक है, या मैं रिजेक्ट करना है। ये डिसीजन भी मैं किदे बेसिस पे लूँगी, मार्जिनल कॉस्टिंग के बेसिस पे लूँगी। हुण देख लैंदे आ, कहंदे डिसाइडिंग वैदर टू एक्सेप्ट एन ऑर्डर, कहते उस ऑर्डर में एक्सेप्ट करना बिलो रैगूलर सैलिंग प्राइस। तुसी सेल कर रहे हो 1 यूनिट रैगूलर, 1 यूनिट सेल कर रहे हो ₹10 ते, ठीक है, तो थानू स्पैशल ऑर्डर आया, वो आया 1 यूनिट का ₹8 ते, तो तुसी उन्होंने एक्सेप्ट करोगे रिजेक्ट करोगे, ये किदे उत्ते डिपेंड करता, मार्जिनल कॉस्ट ते डिपेंड करता है। और उहदे नाल नाल कहते ओफन ड्यूरिंग आइडल कैपेसिटी, ठीक है, आइडल कैपेसिटी की होंगी है, मेरे को फ्री पई जी मेरी कैपेसिटी है ना, फ्री पई जो यूज़ दे विच नहीं आ रही मेरी मशीनरी दी या मेरे मैन पावर्स दी, वो वाली कैपेसिटी, ठीक है, वो देते। हुण तुसी एक्सेप्ट करोगे रिजेक्ट करोगे, इहदा डिसीजन लैना, उहदे रूल्स देख लैने एक बारी। हुण डिसीजन रूल की कहंदा है कि एक्सेप्ट द स्पेशल ऑर्डर इफ़, ठीक है, एक्सेप्ट उदों ही करोगे जो तुहाडे कोल आइडल कैपेसिटी अवेलेबल है, मतलब कि तुहाडी मशीनरी 100 यूनिट्स बना सकती है, ठीक है, थोड़ी मशीनरी 100 यूनिट्स बना सकती है, बना 80 रही है, तो थोड़े को 20 यूनिट्स की आइडल कैपेसिटी पई है, तो थोड़े को अवेलेबल है आइडल कैपेसिटी, तो तुसी एक्सेप्ट कर सकते हो। ठीक है, दूजा रूल की है स्पेशल ऑर्डर प्राइस, कहते जोड़ा मैंने स्पेशल ऑर्डर प्राइस मिलेगा ना, वो कवर करना चाहिए मेरे वेरीएबल कॉस्ट नू और कॉन्ट्रीब्यूशन पॉजिटिव देना चाहिए मैनू। ठीक है, वो जो मेरा स्पेशल ऑर्डर प्राइस है, मान लो मेरी वेरीएबल कॉस्ट है 1 यूनिट की, एग्जाम्पल ले रहे हैं 1 यूनिट की ₹5, ठीक है, तो हुण जो मैंने स्पैशल प्राइस स्पैशल ऑर्डर पर जो मैंने प्राइस मिल रहा उस चीज़ को बनाने ते वो मैंने मिल रहा है 10 या फिर ₹15, तो ये थोड़ी वेरीएबल कॉस्ट कवर हो रही है, तो तुसी एक्सेप्ट कर लोगे। ठीक है, तुसी कदों एक्सेप्ट करोगे, जो मेरा स्पैशल ऑर्डर प्राइस कवर करेगा वेरीएबल कॉस्ट प्लस मैनू कॉन्ट्रीब्यूशन की देगा पॉजिटिव। ठीक है, थर्ड रूल की है कि फिक्सड कॉस्ट आर नॉट अफेक्टेड। स्पैशल ऑर्डर नू एक्सेप्ट कर रहे हो, एक्सेप्ट कर लिया तुसी, पर थोड़ी फिक्सड कॉस्ट है वो अफेक्ट नहीं होनी चाहिए। जो वो अफेक्ट हो रही है तो तुसी उस ऑर्डर नू एक्सेप्ट नहीं करोगे। नैक्सट आता है थोड़ी रेगूलर सेल्स और ब्रांड इमेज। ठीक है, जो थोड़ी रेगूलर सेल्स और गुडविल है ना, वो उत्ते नैगेटिव इंपैक्ट नहीं पैना चाहिए स्पैशल ऑर्डर्स का। ये 3-4 कंडीशनस अगर तुसी फुलफिल करते हो तो तुसी उस ऑर्डर नू स्पैशल ऑर्डर नू एक्सेप्ट करोगे, अदरवाइज तुसी रिजेक्ट करोगे। हुण देख लैंदे आ, और एक ये चीज़ है जोड़ा मेरा स्पैशल ऑर्डर है ना, वो किदे उत्ते फोकस करता है, इंपॉर्टेंट चीज़ है इंक्रीमेंटल प्रॉफिट। प्रॉफिट तो आप ऑलरेडी कर रहे हैं अपने बिजनेस दे विच, है ना, पर हुण मैं स्पैशल ऑर्डर एक्सेप्ट करूँ रिजेक्ट करूँ, वो किदे उत्ते डिपेंड कर, वो क्यों कर रहे हैं आप, क्योंकि वो आप एडिशनल प्रॉफिट नू अर्न करना चाहते हैं। ठीक है, आप एडिशनल प्रॉफिट कुछ अर्न करना चाहते हैं, इसलिए हुण ये जिन्नी भी ऑपोजिट कंडीशनस हो जाएगी ना, वो मेरी रिजेक्ट वाले केस दे विच हो जाएगी। ओके, नैक्सट आंदा मेरे को एक्सप्लोरिंग न्यू मार्केट्स। हुण न्यू मार्केट्स नू एक्सप्लोर करना। ठीक है, मार्जिनल कॉस्टिंग फोकस ऑन कॉन्ट्रीब्यूशन। मार्जिनल कॉस्टिंग सानू पता है कि उत्ते फोकस कर रहे हैं, कॉन्ट्रीब्यूशन के उत्ते फोकस कर रहे हैं। वैन एंटरिंग न्यू मार्केट्स, जो एक बिजनेस नवी मार्केट के नवे जोग्राफिकल एरिया के अपना बिजनेस सैट करता है, तो फिक्सड कॉस्ट रिमेन अनचेंज, फिक्सड कॉस्ट उन्नी रहनी चाहिए। सो डिसीजनस आर बेस्ड ऑन वैदर एडिशनल सेल्स कवर वेरीएबल कॉस्ट और कॉन्ट्रीब्यूशन टू प्रॉफिट। कहते डिसीजन कि उत्ते लिता जाएगा कि जो मेरे एडिशनल सेल्स है, जो मेरी एक्सट्रा सेल हो रही है उस नवे एरिया दे विच, वो मेरी वेरीएबल कॉस्ट प्लस कॉन्ट्रीब्यूशन जोड़ा है वो कवर करें। ठीक है, ये उत्ते आपां डिसीजन लवांगे। हुण कहते अंडर मार्जिनल कॉस्टिंग एक्सप्लोरिंग न्यू मार्केट इज़ जस्टिफाइड। एक्सप्लोर करना न्यू मार्केट्स नू उदों ही सही रहेगा जो मेरे को आइडल कैपेसिटी है। ठीक है, कंडीशन नंबर 1 जो मेरे को आइडल कैपेसिटी है। कंडीशन नंबर 2 जो मेरा सैलिंग प्राइस,
ठीक है। नवी मार्केट का ग्रेटर दैन है वेरीएबल कॉस्ट पर यूनिट, ये वाली कंडीशन वेरी इंपॉर्टेंट। एक्सप्लोरिंग न्यू मार्केट्स ਜਿਹੜੇ क्वेश्चन बनूगे वो कंडीशनस ਦੇ ਵਿੱਚੋਂ ਹੀ बनूगे, ठीक है। देयर इज़ नो नैगेटिव इफैक्ट ऑन रेगूलर मार्केट्स, जो मेरे रेगूलर सेल हो रही है, रेगूलर मार्केट हो रही है, ਉਹਦੇ ਉੱਤੇ कोई इंपैक्ट नहीं पवेगा नवी सेल्स का। ये 3 कंडीशनस फुलफिल होगी तो मैं न्यू मार्केट्स ਦੇ ਵਿੱਚ ਜਾ ਕੇ अपना प्रोडक्ट है जो सेल करने की कोशिश करांगी, ठीक है। सो ये सी जी अज दी अपनी क्लास छोटी सी, क्योंकि जिवें मैं तुहानूं दस्सिया मैनूं नोट्स जिहड़े है वो डिटेल दे विच पढ़ के बनाने पैंदे थोड़े एग्जाम के रिलेटिव रैलेवेंट, कि तुहानूं ना तो ज़्यादा पढ़ना पे तो ना ही इन्ना घट भी ना पढ़ना पे कि थोड़े सिलेबस तुहाडा जिहड़ा एग्जाम है उही पैटर्न कवर ना होवे, ठीक है। सो मिलते हैं नैक्सट क्लास दे विच। नैक्सट आपां शुरू करांगे बजटिंग, ठीक है। नैक्सट आपां शुरू करन वाले हैं बजट, तो मैं पूरी कोशिश करूँगी इस संडे तक अपना ये वाली यूनिट ख़त्म हो जाए तो मंडे तो आप फाइनैंशियल अकाउंटिंग नू स्टार्ट करने की कोशिश करिए, ठीक है जी। जे तुहानूं क्लास वधिया लगी हो प्लीज़ चैनल को सबसक्राइब करना तो वीडियो नू वध तो वध शेयर जरूर करना। थैंक यू सो मच, मिलते हैं नैक्सट क्लास दे विच।